ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨ, ਅਜਿਹੀ ਮੇਰੀ ਪ੍ਰਾਰਥਨਾ। ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ, ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ। ਗ੍ਰਹਿ ਆਪਾਂ ਨੂੰ ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ। ਕਿਵੇਂ ਪ੍ਰਭਾਵਿਤ ਕਰਦੇ ਗ੍ਰਹਿ ਆਪਾਂ ਨੂੰ? ਜਦੋਂ ਕੋਈ ਗ੍ਰਹਿ ਜਨਮ ਕੁੰਡਲੀ ਦੇ ਪਹਿਲੇ ਘਰ ਦੇ ਵਿੱਚ ਅਸਥ ਹੋ ਜਾਂਦਾ ਹੈ, ਵਕਰੀ ਹੋ ਜਾਂਦਾ ਹੈ, ਉਹ ਤੁਹਾਡੇ ਯਸ਼ ਮਾਨ ਕੀਰਤੀ ਨੂੰ ਹਿਲਾਉਣ ਦਾ ਪ੍ਰਯਾਸ ਕਰਦਾ ਹੈ। ਦੂਜੇ 'ਚ ਹੋ ਜਾਂਦਾ ਹੈ ਧਨ ਦਾਨੇ ਸਮਰਿੱਧੀ ਨੂੰ। ਤੀਜੇ 'ਚ ਹੋਵੇ ਭਰਾਵਾਂ ਦੇ ਰਿਸ਼ਤੇ, ਗੁਆਂਢ 'ਚ ਆਪਸੀ ਤਕਰਾਰ। ਚੌਥੇ 'ਚ ਤਾਂ ਖੁਸ਼ੀਆਂ ਨੂੰ ਖੋਹਣ ਦਾ ਪ੍ਰਯਾਸ। ਪੰਜਵੇਂ ਦੇ ਵਿੱਚ ਤਾਂ ਔਲਾਦ ਨੂੰ ਬਗਾਵਤ ਦਾ ਚੋਲਾ ਪਹਿਨਾ ਦਿੰਦਾ ਉਹ। ਤੇ ਤੁਸੀਂ ਸੋਚੀ ਜਾਂਦੇ ਹੋ ਇਹ ਗੱਲ ਹੋਈ ਕਿਵੇਂ? ਇਹ ਬੱਚਾ ਤਾਂ ਮੇਰੇ ਕਹਿਣੇ ਵਿੱਚ ਸੀ, ਮੇਰੇ ਬਿਨਾਂ ਰਹਿੰਦਾ ਨਹੀਂ ਸੀ, ਮੇਰੀ ਜ਼ੁਬਾਨ ਤੇ ਫੁੱਲ ਚੜਾਉਂਦਾ ਸੀ। ਇੰਜ ਨਹੀਂ ਹੈ। ਗ੍ਰਹਿਾਂ ਦੀ ਚਾਲ ਬਹੁਤ ਤਾਕਤ ਰੱਖਦੀ ਹੈ। ਜਦੋਂ ਕੋਈ ਗ੍ਰਹਿ 6ਵੇਂ ਘਰ 'ਚ ਵਿਅੰਗ ਸਟੇਟਸ 'ਚ ਜਾਂਦਾ ਹੈ, ਮਿੱਤਰਤਾ ਨੂੰ ਸ਼ਤਰੁਤਾ ਦਾ ਚੋਲਾ ਪਹਿਨਾ ਦਿੰਦਾ ਹੈ। ਰੋਗਾਂ ਰਾਹੀਂ ਇਨਸਾਨ ਨੂੰ ਸਤਾਉਣਾ ਸ਼ੁਰੂ ਕਰ ਦਿੰਦਾ ਹੈ। ਤੁਹਾਡੇ ਹੀ ਖਿਲਾਫ ਬਰੋਟਿਆਂ ਦੇ ਥੱਲੇ ਬਹਿ ਕੇ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਜੇ 7ਵੇਂ ਘਰ ਦੇ ਵਿੱਚ ਕੋਈ ਗ੍ਰਹਿ ਅਸਤਵਸਤਾ ਦੀਆਂ ਅੱਖਾਂ ਮੂੰਦ ਕੇ ਬਹਿ ਜਾਵੇ, ਵਕਰ ਹੋ ਜਾਵੇ, ਕਿਸੇ ਮਾੜੇ ਗ੍ਰਹਿ ਦੇ ਨਾਲ ਜਾ ਬੈਠੇ, ਤਾਂ ਚੰਗਾ ਭਲਾ ਲਾਈਫ ਪਾਰਟਨਰ ਜਿਸ ਦੇ ਨਾਲ ਤੁਹਾਡਾ ਬਹੁਤ ਪਿਆਰ, ਲਗਾਵ, ਆਪਸੀ ਅੰਡਰਸਟੈਂਡਿੰਗ, ਉੱਥੋਂ ਤੁਹਾਨੂੰ ਹੋਰ ਹੀ ਤਰ੍ਹਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹੋਰ ਹੀ ਤਰ੍ਹਾਂ ਦੀਆਂ ਆਵਾਜ਼ਾਂ ਉਹਨਾਂ ਤੋਂ ਤਾਂ ਛੱਡ ਕੇ ਉਹਨਾਂ ਦੇ ਮਾਪਿਆਂ ਤੋਂ ਵੀ ਆਉਣ ਲੱਗ ਪੈਂਦੀਆਂ। ਰੋਜ਼ਾਨਾ ਦੀ ਜ਼ਿੰਦਗੀ ਵਿੱਚ ਤੁਹਾਡੇ ਖਿਲਾਫ ਇੱਕ ਬਗਾਵਤ ਸ਼ੁਰੂ ਹੋ ਜਾਂਦੀ ਹੈ। ਜਿੱਥੇ ਤੁਹਾਡੇ ਪਿਆਰ ਦੀਆਂ ਸਾਂਝਾਂ ਹੋਣ, ਉਹ ਸਾਂਝਾਂ ਖਤਮ ਹੋ ਜਾਂਦੀਆਂ। 8ਵੇਂ ਘਰ ਦੇ ਵਿੱਚ ਜਦੋਂ ਕੋਈ ਗ੍ਰਹਿ ਅਨਿਸ਼ਟ ਦੋਸ਼ੀ ਚੋਲਾ ਪਹਿਨ ਕੇ ਆ ਜਾਂਦਾ ਹੈ, ਉਹ ਪੁਰਾਤੱਤਵ, ਉਹ ਪੁਰਾਣੀਆਂ ਕਿਤਾਬਾਂ ਕੱਢ ਕੇ ਬਹਿ ਜਾਂਦਾ ਹੈ। ਪੀੜਾਂ ਸ਼ੁਰੂ ਹੋ ਜਾਂਦੀਆਂ। ਦਰਦਾਂ ਤੁਹਾਡੇ ਜ਼ਿਹਨ ਤੋਂ ਲੈ ਕੇ ਪੈਰਾਂ ਤੱਕ ਜਾਂਦੀਆਂ ਤੇ ਪੀੜਾਂ ਹੀ ਪੀੜਾਂ ਦਾ ਕਾਰਕ ਬਣਾ ਦਿੰਦੀਆਂ। 9ਵੇਂ ਘਰ ਦੇ ਵਿੱਚ ਤਾਂ ਗ੍ਰਹਿ ਤੁਹਾਡੀ ਪੀੜਾਂ ਦੇ ਇੰਨੇ ਕਾਰਕ ਜਿਸ ਬਾਰੇ ਤੁਸੀਂ ਵਿਚਾਰਿਆ ਵੀ ਨਾ ਹੋਵੇ। 10ਵਾਂ ਘਰ ਨੈਸ਼ਟਿਕ ਦੋਸ਼ੀ ਤੁਹਾਡੇ ਸਿੰਘਾਸਨ ਨੂੰ ਹਿਲਾ ਦਿੰਦਾ ਹੈ। ਤੁਸੀਂ ਇੱਕ ਉੱਚ ਅਧਿਕਾਰੀ ਹੋ, ਤੁਹਾਡੇ ਤੇ ਹੋਰ ਹੀ ਤਰ੍ਹਾਂ ਦੇ ਛਿੱਟੇ ਪਵਾ ਦਿੰਦਾ ਹੈ। ਤੁਸੀਂ ਤਿਆਗ ਪੱਤਰ ਦੇ ਦਿੰਦੇ ਹੋ। ਤੁਸੀਂ ਨਿਰਾਦਰੀ ਦੇ ਚੋਲੇ ਨੂੰ ਸਹਿਣ ਨਹੀਂ ਕਰ ਸਕਦੇ। ਜੇ ਲਾਭ ਸਥਾਨ ਦੇ ਵਿੱਚ ਕੋਈ ਗ੍ਰਹਿ ਆਪਣਾ ਪਹਿਰਾਵਾ ਬਦਲਦਾ ਹੈ, ਉਹ ਤੁਹਾਡੇ ਕੰਮਾਂ 'ਚ ਬਦਲਾਵ ਲਿਆ ਦਿੰਦਾ, ਵਿਵਸਾਏ ਬਦਲ ਦਿੰਦਾ ਹੈ। ਕਿਸੇ ਦੇ ਕਹੇ ਕੁਆਏ ਤੁਸੀਂ ਹੋਰ ਹੀ ਪਾਸੇ ਤੁਰ ਪੈਂਦੇ ਹੋ, ਜਦ ਕਿ ਤੁਹਾਡੇ ਵਿੱਚ ਤਾਂ ਅਲੱਗ ਤਰ੍ਹਾਂ ਦੀ ਨਿਪੁੰਨਤਾ ਹੈ। ਗ੍ਰਹਿਾਂ ਦੀ ਚਾਲ ਇਨਸਾਨ ਦੇ ਜੀਵਨ ਦੇ ਵਿੱਚ ਜ਼ਿੰਦਗੀ ਨੂੰ, ਉਸ ਦੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਜ਼ਿੰਦਗੀ ਦੀਆਂ ਰਾਹਾਂ ਬਦਲ ਜਾਂਦੀਆਂ ਹਨ, ਪੁਕਾਰ ਬਦਲ ਜਾਂਦੀ ਹੈ, ਸੁਨੇਹੇ ਬਦਲ ਜਾਂਦੇ ਹਨ, ਦੋਸਤ ਬਦਲ ਜਾਂਦੇ ਹਨ, ਸ਼ਤਰੂ ਬਦਲ ਜਾਂਦੇ ਹਨ। ਯਸ਼ ਮਾਨ ਕੀਰਤੀ ਦੇ ਕਾਰਕ ਯੋਗ ਬਦਲ ਜਾਂਦੇ ਹਨ। ਧਨ ਧਨ ਸਮਰਿੱਧੀ ਦੀਆਂ ਤਿਜੋਰੀਆਂ ਬਦਲ ਜਾਂਦੀਆਂ। ਕਿਵੇਂ? ਤੁਹਾਡੇ ਤੁਸੀਂ ਤਾਂ ਤਿਜੋਰੀ 'ਚ ਰੱਖਿਆ ਕੁਝ ਹੋਰ ਸੀ, ਨਿਕਲਿਆ ਕੁਝ ਹੋਰ।
ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਹੀ ਹੋ। ਕੀ ਹੁੰਦਾ ਉਹ ਗ੍ਰਹਿਾਂ ਦੀ ਚਾਲ ਹੀ ਤਾਂ ਹੈ। ਉਹਨੂੰ ਸਮਝਣ ਤੇ ਸਵੀਕਾਰ ਕਰਨ, ਉਹਦੇ ਪ੍ਰਤੀ ਨਮਨ ਹੋ ਜਾਣ ਨਾਲ ਹੀ ਜੀਵਨ ਦੇ ਤੱਤਵ ਬਦਲ ਜਾਂਦੇ। ਆਪਾਂ ਉਸ ਨੂੰ ਸਮਝਦੇ ਨਹੀਂ ਹਾਂ, ਆਪਾਂ ਅਹੰਕਾਰ ਦੇ ਘੁੱਟ ਪੀ ਜਾਂਦੇ ਹਾਂ। ਤੁਹਾਨੂੰ ਪਤਾ ਹੈ, ਸ਼ਨੀ ਦੀ ਵਕਰ ਸਥਿਤੀ ਲਾਪਰਵਾਹੀ ਦਾ ਯੋਗ, ਗੁਰੂ ਦੀ ਵਕਰ ਸਥਿਤੀ ਪੁਰਾਣੀਆਂ ਚੀਜ਼ਾਂ ਨੂੰ ਵੀ ਨਵੀਨਤਮ ਤੱਤਵ ਦੇ ਦੇਣਾ। ਬਹੁਤ ਵੱਡੇ ਵੱਡੇ ਪਲਾਂਟ ਜਿਨ੍ਹਾਂ ਨੂੰ ਤਾਲੇ ਲੱਗ ਚੁੱਕੇ, ਤਾਲੇ ਖੋਲ ਦੇਣਾ। ਗੁਰੂ ਦੀ ਵਕਰ ਸਥਿਤੀ ਦੇ ਵਿੱਚ ਉਹ ਤਾਲੇ ਖੁੱਲਦੇ ਹਨ, ਬਖਸ਼ਿਸ਼ ਦੀ ਬਰਸਾਤ ਹੁੰਦੀ ਹੈ। ਪਰ ਹੁਣ ਕੀ ਹੈ, ਹੁਣ ਤਾਂ ਸਿਰਫ ਇਹੀ ਗੱਲ ਹੈ ਕਿ ਜਦੋਂ 2 ਗ੍ਰਹਿ ਵੱਕਰੀ ਹੋ ਜਾਣ, ਜਨਮ ਬ੍ਰਹਮੰਡ ਦੇ 12 ਤਾਂ ਘਰ, 4 ਘਰ ਤਾਂ ਵੈਸੇ ਹੀ ਉਲਝ ਗਏ। ਫਿਰ ਉਨ ਵੱਕਰ ਗ੍ਰਹਿਾਂ ਦੀਆਂ ਨਿਗਾਹਾਂ ਦੇ ਨਾਲ ਬਾਕੀ ਘਰ ਉਲਝ ਗਏ। ਇਸ ਲਈ ਸੰਸਾਰਿਕ ਪੱਧਰ ਤੇ ਬਦਲਾਵ ਆਉਂਦੇ ਹਨ ਵੱਡੇ ਗ੍ਰਹਿਾਂ ਦੀ ਵੱਕਰ ਸਥਿਤੀ ਦੇ ਨਾਲ। ਮੈਂ ਦੱਸਣ ਦਾ ਪ੍ਰਯਾਸ ਇਸ ਲਈ ਕਰ ਰਿਹਾ ਹਾਂ, ਆਪਣਾ ਬਚਾਵ ਰੱਖਿਓ, ਈਸ਼ਵਰ ਦਾ ਸਹਾਰਾ ਲਿਓ। ਮੇਰੇ ਨਾਲ ਸਭ ਚੰਗਾ ਹੀ ਹੋਵੇਗਾ। ਈਸ਼ਵਰ ਮੇਰੇ ਨਾਲ ਹੈ, ਈਸ਼ਵਰ ਮੇਰੇ ਨਾਲ ਹੈ। ਤੁਹਾਨੂੰ ਪਤਾ ਹੈ, ਥਾਟਸ ਮੈਨੀਫੈਸਟ, ਜੋ ਸੋਚਾਂਗੇ ਉਹੀ ਹੋਣ ਵਾਲਾ ਹੈ। ਆਪਣੀ ਮਗਜ਼ ਦੇ ਵਿੱਚ ਕਿਸੇ ਗਲਤ ਗੱਲ ਦੀ ਦੌੜ ਨਾ ਲਵਾਓ, ਉਹਦਾ ਨਤੀਜਾ ਸਾਹਮਣੇ ਆ ਜਾਣਾ ਹੈ। ਜੇ ਤੁਸੀਂ ਸੰਯਮ ਤੇ ਸਹਿਜ ਦੀ ਦੌੜ ਲਵਾਵੋਗੇ, ਸਾਹਮਣੇ ਨਤੀਜੇ ਬਹੁਤ ਸੋਹਣੇ ਤੇ ਫੁੱਲ ਖਿਲ ਜਾਣਗੇ। ਪਰਮ ਸੁਖ ਕਾਰਕ ਹੋ ਜਾਵੋਗੇ ਤੁਸੀਂ। ਪਰਮ ਸੁਖ ਕਾਰਕ। ਮੈਂ ਹਰ ਲਗਨ ਦੇ ਸੱਜਣ ਨੂੰ ਇੱਕ ਸੁਨੇਹਾ ਦੇਣ ਵਾਲਾ, ਇਸ ਸ਼ਨੀ ਦੀ ਵੱਕਰ ਸਥਿਤੀ ਤੇ ਗੁਰੂ ਦੀ ਵੱਕਰ ਸਥਿਤੀ, ਸਮਾਂ ਇੱਕੋ ਹੈ। ਇਹ ਸਮਾਂ ਇੱਕੋ ਹੈ। ਇਸ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ। ਇਸ ਦੇ ਵਿੱਚ ਬਹੁਤ ਵੱਡੇ ਵੱਡੇ ਨੁਕਸਾਨ ਹੋ ਸਕਦੇ ਹਨ, ਵੱਡੀਆਂ ਵੱਡੀਆਂ ਲੜਾਈਆਂ ਹੋ ਸਕਦੀਆਂ ਹਨ, ਬੜੇ ਬੜੇ ਜਲੀਏ ਜਲ ਦੇ ਨਾਲ ਸੰਬੰਧਿਤ ਅਨੈਸਟਿਕ ਦੋਸ਼ ਆ ਸਕਦੇ ਹਨ, ਬਾੜ ਆ ਸਕਦੀ ਹੈ, ਪੀੜਾਂ ਆ ਸਕਦੀਆਂ ਹਨ, ਦਰਦਾਂ ਆ ਸਕਦੀਆਂ ਹਨ, ਨੁਕਸਾਨ ਹੋ ਸਕਦਾ ਹੈ। ਗੋਦਾਮ ਦੇ ਗੋਦਾਮ ਬਹਿ ਸਕਦੇ। ਤੁਸੀਂ ਕਹੋਗੇ ਮੈਂ ਕਿਹੋ ਜਿਹੀਆਂ ਗੱਲਾਂ ਕਰ ਰਿਹਾ। ਮੈਂ ਗੱਲਾਂ ਸਹੀ ਕਰ ਰਿਹਾ ਤੁਹਾਡੇ ਨਾਲ। ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੈ। ਬਹੁਤ ਵੱਡੇ ਵੱਡੇ ਨੁਕਸਾਨ। ਤੁਹਾਨੂੰ ਪਤਾ ਹੈ, ਲੰਡਨ ਦੇ ਹੀਥਰੋ 에ਅਰਪੋਰਟ ਤੋਂ ਕਿੰਨੀਆਂ ਉਡਾਨਾਂ, 2.5 ਲੱਖ ਉਡਾਨਾਂ ਰੋਜ਼ ਉੱਡਦੀਆਂ ਸੀ। ਰੋਕ ਲੱਗ ਗਈ 1 ਲੱਖ ਤੇ। ਕੋਈ ਕਾਰਨ ਤਾਂ ਹੋਊਗਾ। ਨੁਕਸਾਨ ਕਿੱਥੋਂ ਉੱਧੜ ਕੇ ਕਿੱਥੇ ਆਇਆ ਹੈ। ਵੇਖਣ, ਸਮਝਣ ਤੇ ਸਵੀਕਾਰ ਕਰਨ ਦਾ ਪ੍ਰਯਾਸ। ਤੁਹਾਨੂੰ ਪਤਾ ਹੈ, ਸ਼ਨੀਦੇਵ ਹਵਾ ਨਾਲ ਸੰਬੰਧਿਤ ਹਨ। ਹਵਾ ਨਾਲ ਹਵਾਈ ਜਹਾਜ਼ਾਂ ਤੇ ਭਾਰੂ ਹੋ ਗਏ। ਗ੍ਰਹਿਾਂ ਦੀ ਚਾਲ ਹੈ। ਮੈਂ ਹਰ ਲਗਨ ਦੇ ਸੱਜਣ ਨੂੰ ਇੱਕ ਸੁਨੇਹਾ ਦੇਣ ਵਾਲਾ, ਉਹਨਾਂ ਦੀਆਂ ਨਜ਼ਰਾਂ ਤੇ ਨਿਗਾਹਾਂ ਦੇ ਨਾਲ। ਸਭ ਤੋਂ ਪਹਿਲਾਂ ਮੈਂ ਮੇਖ ਲਗਨ ਦੇ ਸੱਜਣਾਂ ਨੂੰ ਸੁਨੇਹਾ ਦੇਵਾਂਗਾ। ਮੇਖ ਲਗਨ ਦੇ ਸੱਜਣੋ, ਤੁਹਾਡੀ ਜ਼ਿੰਦਗੀ 'ਚ ਗੱਲ ਸ਼ੁਰੂ ਹੋਣੀ ਤੁਹਾਡੇ ਕਰਮ ਸਥਾਨ ਤੋਂ, ਤੁਹਾਡੇ ਸਿੰਘਾਸਨ ਤੋਂ, ਤੁਹਾਡੇ ਕੰਮ ਤੋਂ, ਤੁਹਾਡੇ ਵਪਾਰ ਤੋਂ। ਉੱਥੇ ਗ੍ਰਹਿ ਦੀ ਵੱਕਰ ਸਥਿਤੀ। ਜੇ ਜਨਮ ਤੋਂ ਵੱਕਰੀ ਫਿਰ ਤਾਂ ਬਹੁਤ ਵੱਡੀ ਉਡਾਰੀ, ਪੋਜ਼ਿਟਿਵ। ਤੇ ਜੇ ਜਨਮ ਤੋਂ ਨਹੀਂ ਵੱਕਰੀ ਤਾਂ ਉੱਥੇ ਤੁਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਵੱਡਾ ਕਰਵਾ ਸਕਦਾ ਹੈ। ਫਿਰ ਇਹਨਾਂ ਦੀ ਤੀਜੀ ਨਿਗਾਹ ਵਿਦੇਸ਼ ਦੀ ਧਰਤੀ ਤੇ।
ਸੱਤਵੀਂ ਨਿਗਾਹ ਸੁਖ ਸ਼ਾਂਤੀ ਆਨੰਦ ਤੇ, 10ਵੀਂ ਨਿਗਾਹ ਤੁਹਾਡੇ ਸ਼ਤਰੂਆਂ ਤੇ, ਤੁਹਾਡੀ ਬਿਮਾਰੀ ਤੇ। ਇੱਕ ਅਜਿਹਾ ਛਾਲਾ, ਜੇ ਬਿਮਾਰੀ ਕੋਈ ਹੋਵੇ ਹੀ ਨਾ, ਬਸ ਐਵੇਂ ਹੀ ਭੱਜੇ ਫਿਰੋ। ਇਹ ਵਕਰ ਸਥਿਤੀ ਦੀਆਂ ਨਿਗਾਹਾਂ ਬੰਦੇ ਨੂੰ ਭਜਾ ਲੈਂਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਸੇ ਲਗਨ ਵਾਲਿਆਂ ਨੂੰ ਹੋਰ ਵੀ ਦੱਸਣ ਵਾਲਾ ਹਾਂ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਿਸ਼ੇਸ਼ ਸ਼ਨੀਦੇਵ ਦੇ ਥੱਲੇ ਜਾਣ ਵਾਲਾ ਹੈ। ਕਿਰਪਾ ਦੀ ਬਰਸਾਤ ਕਰਨ ਵਾਲੇ ਸ਼ਨੀ ਉੱਚ ਤੇ ਅਧਿਕਾਰੀ, ਨਿਆਂ ਦੇ ਦੇਵਤਾ, ਮਹਾਨਿਆਇਧੀਸ਼ ਤੁਹਾਡੀ ਜ਼ਿੰਦਗੀ ਵਿੱਚ ਇੱਕ ਅਲੱਗ ਤੇ ਸੋਹਣਾ ਸੁਨੇਹਾ ਲੈ ਕੇ ਆਏ ਹਨ। ਜ਼ਮੀਨ ਤੋਂ ਅਸਮਾਨ ਤੇ ਲੈ ਜਾਣਾ ਇਹਨਾਂ ਨੇ ਤੁਹਾਨੂੰ, ਪਰਮ ਸੁਖ ਕਾਰਕ ਬਣਾ ਦੇਣਾ ਇਹਨਾਂ ਨੇ ਤੁਹਾਨੂੰ, ਜ਼ਿੰਦਗੀ ਦੇ ਮਾਇਨੇ ਬਦਲਵਾ ਦੇਣੇ ਇਹਨਾਂ ਨੇ ਤੁਹਾਨੂੰ। ਓਮ ਸ਼ਮ ਸ਼ਨਿਚਰਾਏ ਨਮः, ਇਸ ਮੰਤਰ ਦਾ ਜਾਪ ਕਰ ਲਿਓ। ਜਿਹੜਾ ਕੁਛ ਨਹੀਂ ਵੀ ਮਿਲਿਆ ਹੋਵੇਗਾ ਉਹ ਵੀ ਮਿਲਣ ਵਾਲਾ ਹੈ। ਪਰਮ ਸੁਖੀ ਹੋ ਜਾਵੋਗੇ। ਲੜਾਈ ਝਗੜੇ ਕਲੇਸ਼ਾਂ ਦੇ ਵਿੱਚ ਜਾਣ ਦੀ ਬਜਾਏ ਸੁਖ ਸ਼ਾਂਤੀ ਆਨੰਦ ਦੇ ਘੁੱਟ ਪੀਣੇ ਚਾਹੀਦੇ ਹਨ। ਧਾਰਮਿਕ ਵਿਚਾਰਾਂ ਨੂੰ ਜ਼ਿਹਨ ਵਿੱਚ ਲੈ ਜਾਣਾ ਚਾਹੀਦਾ ਹੈ। ਸ਼ਰਾਬ ਦੇ ਅੱਡਿਆਂ ਦੀ ਬਜਾਏ ਧਰਮ ਸਥਲ ਤੇ ਸੇਵਾ ਕਰਨੀ ਚਾਹੀਦੀ ਹੈ। ਇਹਦੇ ਨਾਲ ਹੋਣਾ ਕੀ ਹੈ? ਬਸ ਮੋੜਾ ਪੈਣਾ ਤੁਹਾਡੀਆਂ ਗਲਤ ਆਦਤਾਂ ਨੂੰ। ਕਿਵੇਂ ਪਊ? ਈਸ਼ਵਰ ਦੀਆਂ ਸਿੱਧੀਆਂ ਨਿਗਾਹਾਂ ਤੁਹਾਡੇ ਤੇ ਛਾ ਜਾਣੀਆਂ, ਆਲਾ ਦੁਆਲਾ ਸ਼ਾਂਤ ਹੋ ਜਾਣਾ ਹੈ। ਸਹਿਜ ਦੇ ਵਿੱਚ ਅਧਿਆਤਮ ਦੇ ਦੀਵੇ ਜਗ ਪੈਣੇ ਹਨ ਤੇ ਪਰਮ ਸੁਖਕਾਰਕ ਹੋ ਜਾਵੋਗੇ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀ ਫਲ। ਮੇਖ ਰਾਸ਼ੀ ਦੇ ਸੱਜਣ ਲੜਾਈ ਝਗੜੇ ਕਲੇਸ਼ਾਂ ਵਿੱਚ ਜਾ ਸਕਦੇ। ਬ੍ਰਿਖ ਰਾਸ਼ੀ ਦੇ ਸੱਜਣਾਂ ਨੂੰ ਪੀੜਾਂ ਘੇਰ ਸਕਦੀਆਂ। ਮਿਥੁਨ ਰਾਸ਼ੀ ਦੇ ਸੱਜਣੋਂ ਦੂਰ ਦੁਰਾਡੇ ਤੋਂ ਸੋਹਣੇ ਸੁਨੇਹੇ ਮਿਲਣਗੇ। ਕਰਕ ਰਾਸ਼ੀ ਦੇ ਸੱਜਣਾਂ ਨੂੰ ਵਿਸ਼ੇਸ਼ ਕਿਰਪਾ ਦੇ ਕਾਰਕ। ਸਿੰਘ ਰਾਸ਼ੀ ਦੇ ਸੱਜਣੋਂ ਪੜੋਸ ਪਰੇਸ਼ਾਨ ਕਰ ਸਕਦਾ ਹੈ। ਕੰਨਿਆ ਰਾਸ਼ੀ ਦੇ ਸੱਜਣੋਂ ਕੋਈ ਸ਼ਤਰੂ ਤੁਹਾਨੂੰ ਅਚਾਨਕ ਘੇਰ ਸਕਦਾ ਹੈ। ਤੁਲਾ ਰਾਸ਼ੀ ਦੇ ਸੱਜਣ ਰਾਹੇ ਜਾਂਦੇ ਜਾਂਦੇ ਬਹੁਤ ਵੱਡਾ ਧੋਖਾ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣ ਪੀੜਾਂ ਦੇ ਕਾਰਕ ਬਣਨਗੇ। ਧਨੁ ਰਾਸ਼ੀ ਦੇ ਸੱਜਣੋਂ ਕਿਸਮਤ ਦੀ ਉਡਾਰੀ ਬਹੁਤ ਵੱਡੀ ਲੱਗਣ ਵਾਲੀ। ਅੱਜ ਅਚਾਨਕ ਤੁਹਾਨੂੰ ਕੋਈ ਸੋਹਣਾ ਸੁਨੇਹਾ। ਮਕਰ ਰਾਸ਼ੀ ਦੇ ਸੱਜਣਾਂ ਨੂੰ ਕੰਮ ਨੂੰ ਵਿਸ਼ੇਸ਼ ਚੰਦ ਲੱਗਣ ਦੇ ਯੋਗ। ਉਡਾਰੀ ਐਡੀ ਕਿ ਧਨ ਧਨ ਸਮਰਿੱਧੀ ਨਾਲ ਲੱਦ ਜਾਵੋ। ਕੁੰਭ ਰਾਸ਼ੀ ਦੇ ਸੱਜਣ ਸਮਾਜ ਤੋਂ ਸੋਹਣਾ ਸੁਨੇਹਾ ਮਿਲੇਗਾ। ਮੀਨ ਰਾਸ਼ੀ ਦੇ ਸੱਜਣਾਂ ਨੂੰ ਭੀੜ ਭੜੱਕੇ ਵਿੱਚ ਨਹੀਂ ਜਾਣਾ ਚਾਹੀਦਾ, ਪੀੜਾਂ ਘੇਰ ਸਕਦੀਆਂ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।